ਕੀ ਕੁਝ ਪਤਾ ਚੱਲਿਆ ਰਣਵੀਰ ਤੇ ਦੇਸ਼ੋ ਬਾਰੇ? ਉਹਨਾਂ ਦੋਹਾਂ ਵਿੱਚੋਂ ਕਿਸੇ ਨੇ ਕਾਲ ਕੀਤੀ? ਨਹੀਂ ਮਿਨੀ, ਇਸੇ ਗੱਲ ਦੀ ਤੇ ਮੈਨੂੰ ਟੈਨਸ਼ਨ ਹੈ ਕਿ ਉਹਨਾਂ ਦੋਨਾਂ ਚ ਨਾ ਹਜੇ ਤੱਕ ਕਿਸੇ ਦੀ ਵੀ ਕਾਲ ਨਹੀਂ ਆਈ। ਤੁਸੀਂ ਬੁਰਾ ਨਾ ਮੰਨੋ, ਇੱਕ ਗੱਲ ਪੁੱਛਾਂ? ਹਾਂ ਪੁੱਛੋ। ਤੁਹਾਨੂੰ ਕੀ ਲੱਗਦਾ ਹੈ ਕਿ ਸੱਚੀ ਕੁਝ ਹੋਇਆ ਹੋਊਗਾ? ਮਿਨੀ, ਮੈਨੂੰ ਨਾ ਪੂਰਾ ਭਰੋਸਾ ਹੈ ਕਿ ਭਾਬੀ ਜਿੱਥੇ ਵੀ ਆ ਨਾ ਬਿਲਕੁਲ ਠੀਕ ਨੇ ਤੇ ਵੀਰਾ ਤੇ ਭਾਬੀ ਨਾ ਛੇਤੀ ਘਰ ਆ ਗਏ। ਮਾਇਆ, ਮੇਰਾ ਕਹਿਣ ਦਾ ਉਹ ਮਤਲਬ ਨਹੀਂ ਸੀ, ਤੁਸੀਂ ਗਲਤ ਨਾ ਸਮਝਿਓ। ਤੁਹਾਨੂੰ ਸਫਾਈ ਦੇਣ ਦੀ ਨਾ ਕੋਈ ਲੋੜ ਨਹੀਂ। ਮੈਨੂੰ ਪਤਾ ਹੈ ਕਿ ਤੁਹਾਡੇ ਦਿਮਾਗ 'ਚ ਨਾ ਕੀ ਚੱਲ ਰਿਹਾ, ਪਰ ਤੁਸੀਂ ਟੈਨਸ਼ਨ ਨਾ ਲਓ। ਮੈਨੂੰ ਨਾ ਵੀਰੇ ਤੇ ਪੂਰਾ ਭਰੋਸਾ ਹੈ ਕਿ ਉਹ ਭਾਬੀ ਨੂੰ ਛੇਤੀ ਘਰ ਵਾਪਸ ਲੈ ਆਉਣਗੇ। ਕਿ ਸਾਨੂੰ ਮੋਮੋ ਮਾਸੀ ਤੇ ਰਣਵੀਰ ਦੀ ਮੰਮਾ ਨੂੰ ਦੱਸ ਦੇਣਾ ਚਾਹੀਦਾ ਹੈ ਇਹ ਸਭ ਬਾਰੇ? ਕੀ ਦੱਸ ਦੇਣਾ ਚਾਹੀਦਾ ਐਂਡ ਕਿਉਂ ਦੱਸ ਦੇਣਾ ਚਾਹੀਦਾ? ਜਦ ਮੈਂ ਕਹਤਾ ਹੈ ਕਿ ਉਹ ਦੋਨੋਂ ਸਹੀ ਸਲਾਮਤ ਘਰ ਵਾਪਸ ਆ ਜਾਣਗੇ ਤੇ ਆ ਜਾਣਗੇ। ਐਂਡ ਉਹ ਦੋਨੋਂ ਤਾਂ ਪਹਿਲਾਂ ਹੀ ਪਰੇਸ਼ਾਨ ਹੈ, ਉਹਨਾਂ ਨੂੰ ਇੱਕ ਗੱਲ ਹੋਰ ਦੱਸ ਕੇ ਹੋਰ ਪਰੇਸ਼ਾਨ ਕਿਉਂ ਕਰਨਾ? ਮੈਨੂੰ ਤੁਸੀਂ ਨਾ ਸਿਰਫ ਆਪਣਾ ਧਿਆਨ ਰੱਖੋ, ਬਾਕੀ ਮੈਂ ਨਾ ਦੇਖ ਲਾਂਗੀ। ਦੇਖੋ ਮਿਨੀ, ਮੈਨੂੰ ਪਤਾ ਹੈ ਕਿ ਤੁਸੀਂ ਵੀ ਟੈਂਸਡ ਹੋ, ਪਰ ਮੈਨੂੰ ਲੱਗਦਾ ਹੈ ਕਿ ਇਸ ਹਾਲਤ 'ਚ ਨਾ ਤੁਹਾਨੂੰ ਸਿਰਫ ਆਪਣਾ ਖਿਆਲ ਰੱਖਣਾ ਚਾਹੀਦਾ ਹੈ ਤੇ ਜੋ ਵੀ ਹੋ ਰਿਹਾ ਹੈ ਨਾ ਸਾਰਾ ਕੁਝ ਮੈਂ ਸਾਂਭ ਲੂੰਗੀ। ਆਈ ਮੀਨ ਜੇ ਦੇਸ਼ੋ ਭਾਬੀ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਡਾ ਖਿਆਲ ਨਹੀਂ ਨਾ ਰੱਖ ਰਹੀ, ਉਹ ਮੇਰੇ ਤੋਂ ਖਾਮਖਾ ਗੁੱਸਾ ਹੋ ਜਾਣਗੇ। ਸੋ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਆਪਣਾ ਖਾਣਾ ਖਤਮ ਕਰੋ। ਵੀਰੇ, ਭਾਬੀ ਬਾਰੇ ਕੁਝ ਪਤਾ ਲੱਗਾ? ਕਿੱਥੇ ਨੇ ਭਾਬੀ? ਵੀਰੇ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਭਾਬੀ ਬਾਰੇ ਕੁਝ ਪਤਾ ਲੱਗਾ ਤੁਹਾਨੂੰ? ਵੀਰੇ, ਕੁਝ ਤੇ ਬੋਲੋ। ਕੀ ਬੋਲਾਂ ਮੈਂ ਹਰ ਜਗ੍ਹਾ ਦੇਸ਼ੋਂ ਨੂੰ ਲੱਭ ਚੁੱਕਾ, ਪਰ ਉਹ ਕਿਤੇ ਨਹੀਂ ਲੱਭੇ। ਇੱਥੋਂ ਤੱਕ ਤਾਂ ਮੈਂ ਤਾਂ ਆਂਟੀ ਜੀ ਕੋਲ ਵੀ ਜਾ ਕੇ ਆਇਆ, ਉਹਨਾਂ ਨੂੰ ਵੀ ਕੁਝ ਨਹੀਂ ਪਤਾ। ਉਲਟਾ ਉਹ ਮੇਰੇ ਤੋਂ ਪੁੱਛਣ ਲੱਗ ਗਏ ਕਿ ਆਖਿਰ ਦੇਸ਼ੋਂ ਗਏ ਕਿ? ਉਹ ਨਾ ਉੱਥੇ ਪਹੁੰਚੇ ਨਾ ਇੱਥੇ ਵਾਪਸ ਆਏ, ਉਹ ਪਤਾ ਨਹੀਂ ਗਏ ਤਾਂ ਕਿੱਥੇ ਗਏ। ਵੀਰੇ, ਅਰਮਾਨ ਦੇ ਮੰਮੀ ਤੇ ਗਵਾਂਢੀ ਨੂੰ ਪੁੱਛਣਾ ਸੀ, ਉਹਨਾਂ ਦਾ ਹੀ ਫੋਨ ਆਇਆ ਸੀ ਨਾ ਭਾਬੀ ਨੂੰ। ਕੀ ਪਤਾ ਉਹਨਾਂ ਨੂੰ ਪਤਾ ਹੋਵੇ ਭਾਬੀ ਕਿੱਥੇ ਨੇ ਜਾਂ ਭਾਬੀ ਉਹਨਾਂ ਕੋਲ ਗਏ ਹੋਣ। ਮਾਇਆ, ਮੈਂ ਉਹਨਾਂ ਨੂੰ ਵੀ ਪੁੱਛ ਚੁੱਕਾ, ਉਹਨਾਂ ਨੂੰ ਵੀ ਕੁਝ ਨਹੀਂ ਪਤਾ। ਉਹਨਾਂ ਦੀ ਵੀ ਦੇਸ਼ੋਂ ਨਾਲ ਆਖਰੀ ਵਾਰ ਗੱਲ ਉਦੋਂ ਹੀ ਹੋਈ ਸੀ ਜਦੋਂ ਦੇਸ਼ੋਂ ਟਰੈਵਲ ਕਰ ਰਹੇ ਸੀ। ਮੈਨੂੰ ਨਹੀਂ ਕੁਝ ਸਮਝ ਆ ਰਿਹਾ, ਮੈਨੂੰ ਦੇਸ਼ੋਂ ਦੇ ਲਈ ਬਹੁਤ ਡਰ ਲੱਗ ਰਿਹਾ। ਮੈਂ ਪੁਲਿਸ ਕੰਪਲੇਂਟ कराती, बस वही आखिरी उम्मीद नजर आ रही है। ਵੀਰੇ ਪਲੀਜ਼ ਤੁਸੀਂ ਫਿਕਰ ਨਾ ਕਰੋ, ਭਾਬੀ ਜਿੱਥੇ ਵੀ ਹੋਣਗੇ ਨਾ ਬਿਲਕੁਲ ਠੀਕ ਹੋਣਗੇ। ਬਸ ਤੁਸੀਂ ਟੈਨਸ਼ਨ ਨਾ ਲਓ। ਰੱਬ ਕਰੇ ਇਦਾਂ ਹੀ ਹੋਵੇ ਮਾਇਆ, ਪਰ ਮੈਨੂੰ ਨਾ ਕੁਝ ਵੀ ਸਮਝ ਨਹੀਂ ਆ ਰਿਹਾ। ਸੱਚੀ ਬਹੁਤ ਡਰ ਲੱਗ ਰਿਹਾ। ਵੀਰੇ ਪਲੀਜ਼ ਤੁਸੀਂ ਐਵੇਂ ਹਿੰਮਤ ਨਾ ਹਾਰੋ। ਜੇ ਤੁਸੀਂ ਐਵੇਂ ਹਿੰਮਤ ਹਾਰ ਜਾਓਗੇ ਤੇ ਚੀਜ਼ਾਂ ਕਿਵੇਂ ਹੋਣਗੀਆਂ? ਤੁਸੀਂ ਨਾ ਰੱਬ ਤੇ ਭਰੋਸਾ ਰੱਖੋ, ਸਭ ਠੀਕ ਹੋ ਜਾਏਗਾ। ਭਾਬੀ ਨਾ ਬਿਲਕੁਲ ਸਹੀ ਸਲਾਮਤ ਘਰ ਆ ਜਾਣਗੇ। ਐਂਡ ਤੁਸੀਂ ਮੈਨੂੰ ਆਪ ਦੱਸਿਆ ਹੈ ਨਾ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਲਿਖਾਈ ਹੈ, ਉਹ ਭਾਬੀ ਨੂੰ ਪੱਕਾ ਲੱਭ ਲੈਣਗੇ। ਐਂਡ ਜਦੋਂ ਭਾਬੀ ਘਰ ਵਾਪਸ ਆ ਜਾਣਗੇ ਨਾ, ਅਸੀਂ ਦੋਨੋਂ ਭਾਬੀ ਦੀ ਕਲਾਸ ਲਾਵਾਂਗੇ, ਉਹਨਾਂ ਨੂੰ ਪੁੱਛਾਂਗੇ ਕਿ ਉਹ ਕਿੱਥੇ ਸੀ। ਪਰ ਤੁਸੀਂ ਪਲੀਜ਼ ਹੁਣ ਟੈਨਸ਼ਨ ਨਾ ਲਓ। ਦੇਖਿਆ, ਮੈਂ ਕਿਹਾ ਸੀ ਨਾ ਭਾਬੀ ਠੀਕ ਨੇ। ਤੁਸੀਂ ਐਵੇਂ ਚਿੰਤਾ ਕਰ ਰਹੇ ਸੀ। ਦੇਖੋ ਸ਼ੁਕਰ ਹੈ ਇੰਸਪੈਕਟਰ ਸਾਹਿਬ ਤੁਸੀਂ ਆ ਗਏ। ਆ ਜਾਓ। ਮੈਨੂੰ ਸੱਚੀ ਬਹੁਤ ਟੈਨਸ਼ਨ ਹੋ ਰਹੀ ਸੀ। ਟੈਨਸ਼ਨ ਦੇ ਮਾਰੇ ਮੇਰੀ ਤਾਂ ਜਾਨ ਨਿਕਲੀ ਜਾ ਰਹੀ ਸੀ। ਤੁਸੀਂ ਚੁੱਪ ਕਿਉਂ? ਦੱਸੋ ਦੇਸ਼ੋਂ ਕਿੱਥੇ ਨੇ? एक्चुअली रणवीर जी, मैं इत्थे एक बुरी खबर लेके आया। ਇਹ ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਮੈਨੂੰ ਦੱਸੋ ਕਿ ਦੇਸ਼ੋਂ ਕਿੱਥੇ ਨੇ? ਤੁਹਾਨੂੰ ਮੇਰੇ ਨਾਲ ਚੱਲਣਾ ਪੈਣਾ। ਹਾਲ ਚੱਲਣਾ ਪੈਣਾ? ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਮੈਨੂੰ ਸਾਫ਼-ਸਾਫ਼ ਦੱਸੋ, ਗੱਲ ਕੀ ਹੈ? रणवीर जी, एक गड्डी का एक्सीडेंट होया है।
ਤੇ ਉਸੇ ਸਿਲਸਿਲੇ 'ਚ ਤੁਹਾਨੂੰ ਮੇਰੇ ਨਾਲ ਚੱਲਣਾ ਪਏਗਾ ਕਿ ਅਸੀਂ ਜਾਣ ਸਕੀਏ ਕਿ ਤੇ ਉਹ ਦੇਸ਼ੋ ਤਾਂ ਨਹੀਂ। ਤੁਸੀਂ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਪਲੀਜ਼ ਕੋਆਪਰੇਟ ਤੇ ਸਾਡੇ ਨਾਲ ਚੱਲੋ। रणवीर जी आ बॉडी है, ਤੁਸੀਂ ਜ਼ਰਾ ਚੈੱਕ ਕਰ ਲਓ। नहीं ये नहीं हो सकता। नहीं संभालो रणवीर जी अपने आप को। कांस्टेबल घबराने वाली कोई गल नहीं। रणवीर जी ਨੂੰ ਕੋਈ ਸਦਮਾ ਲੱਗਿਆ ਹੈ तो इस सदमे तो बाहर नहीं आ पा रही, बस यही प्रॉब्लम है, बाकी होर कोई गल नहीं। डॉक्टर साहब वो कदों तक ठीक हो जाएंगे? फिक्र ना करो, सब ठीक हो जाएगा। बाकी उस उपर वाले ते छੱਡ ਦਿਓ। ਬਾਕੀ ਉਹਨਾਂ ਦੀ ਤੁਸੀਂ ਥੋੜਾ ਆਰਾਮ ਕਰਵਾਓ ਉਹਨਾਂ ਨੂੰ, ਉਹ ਠੀਕ ਹੋ ਜਾਣਗੇ। ਫਿਲਹਾਲ ਮੈਂ ਉਹਨਾਂ ਨੂੰ ਇੱਕ ਇੰਜੈਕਸ਼ਨ ਦੇ ਦਿੱਤਾ ਹੈ। ਫਿਰ ਵੀ ਅਗਰ ਕੋਈ ਪ੍ਰੋਬਲਮ ਆਂਦੀ ਹੈ, ਕੋਈ ਗੱਲ ਹੋ ਜਾਂਦੀ ਹੈ, ਤੁਸੀਂ ਮੈਨੂੰ ਕਾਲ ਕਰ ਲੈਣਾ ਤੇ ਮੈਂ ਆ ਜਾਵਾਂਗਾ। ਠੀਕ ਹੈ ਜੀ? ज़रूर, थैंक यू सो मच। आ जाओ। थैंक यू। आ जाओ। ਇੰਸਪੈਕਟਰ ਸਾਹਿਬ ਤੁਸੀਂ ਬੋਲੋ ਹੁਣ ਕੀ ਗੱਲ ਹੈ? ਮੈਨੂੰ ਮਾਫ ਕਰਿਓ, ਮੈਨੂੰ ਪਤਾ ਹੈ ਤੁਸੀਂ ਮੈਨੂੰ ਇੱਥੇ ਦੇਖ ਕੇ ਕਿੱਦਾਂ ਦਾ ਫੀਲ ਕਰ ਰਹੇ ਹੋ, ਪਰ ਸਾਡੀ ਮਜਬੂਰੀ ਹੈ। ਮੇਰਾ ਯਕੀਨ ਕਰੋ, ਮੈਂ ਤੁਹਾਨੂੰ ਇੱਥੇ ਕੋਈ ਵੀ ਤਕਲੀਫ ਦੇਣ ਨਹੀਂ ਆਇਆ, ਪਰ ਕੀ ਕਰਾਂ, ਮੇਰੀ ਕੁਝ ਮਜਬੂਰੀਆਂ ਤੇ ਸਾਨੂੰ ਇਹ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਣਗੀਆਂ। ਮੈਂ ਇਸ ਕਰਕੇ ਇੱਥੇ ਆਇਆ। कोई नहीं इंस्पेक्टर साहब, मैं समझ सकती हूँ। दसो की कहना चाहते हो? ਤੁਸੀਂ ਜਾਓ ਇੱਥੋਂ, ਜਾ ਕੇ ਆਪਣਾ ਕੰਮ ਕਰੋ। ਜਾਓ ਤੇ ਦੇਸ਼ੋਂ ਨੂੰ ਲੱਭੋ। ਦੇਸ਼ੋਂ ਨੂੰ ਕੁਝ ਨਹੀਂ ਹੋਇਆ। ਤੁਸੀਂ ਸਾਰੇ ਮੇਰੇ ਨਾਲ ਝੂਠ ਬੋਲ ਰਹੇ ਹੋ। ਕੁਝ ਨਹੀਂ ਹੋਇਆ ਮੇਰੀ ਦੇਸ਼ੋਂ ਨੂੰ। ਉਹ ਬਿਲਕੁਲ ਠੀਕ ਨੇ। ਵੀਰੇ ਪਲੀਜ਼ ਤੁਸੀਂ ਸ਼ਾਂਤ ਹੋ ਜਾਓ। ਇਹ ਸਭ ਤੁਸੀਂ ਕੀ ਕਹਿ ਰਹੇ ਹੋ? ਰਣਵੀਰ ਜੀ ਤੁਸੀਂ ਪਲੀਜ਼ ਆਪਣੇ ਆਪ ਨੂੰ ਸੰਭੋ, ਤੁਹਾਨੂੰ ਆਰਾਮ ਦੀ ਲੋੜ ਹੈ। ਮੈਨੂੰ ਆਰਾਮ ਦੀ ਕੋਈ ਲੋੜ ਨਹੀਂ। हाँ वीरे, मिनी सही कह रही है। चलो अंदर जाके आराम करो ना। ਮੈਨੂੰ ਆਰਾਮ ਦੀ ਲੋੜ ਨਹੀਂ ਹੈ ਮਾਇਆ। ਰਣਵੀਰ ਜੀ ਇਹ ਸਹੀ ਕਹਿ ਰਹੇ ਹੈ, ਤੁਹਾਡੀ ਤਬੀਅਤ ਖਰਾਬ ਹੈ, ਤੁਹਾਨੂੰ ਆਰਾਮ ਦੀ ਹੀ ਲੋੜ ਹੈ। ਤੁਹਾਨੂੰ ਕਹਿਤਾ ਮੇਰੀ ਤਬੀਅਤ ਬਿਲਕੁਲ ਠੀਕ ਹੈ। ਉਹ ਲਾਸ਼ ਦੇਸ਼ੋ ਦੀ ਨਹੀਂ ਸੀ ਤੇ ਵੈਸੇ ਵੀ ਉਹ ਲਾਸ਼ ਬਿਲਕੁਲ ਜਲੀ ਹੋਈ ਸੀ। ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਦੇਸ਼ੋ ਦੀ ਲਾਸ਼ ਸੀ? ਤੁਸੀਂ ਇੰਨੇ ਯਕੀਨ ਨਾਲ ਕਿੱਦਾਂ ਕਹਿ ਸਕਦੇ ਹੋ ਰਣਵੀਰ ਜੀ ਕਿ ਉਹ ਦੇਸ਼ੋ ਦੀ ਲਾਸ਼ ਨਹੀਂ ਹੈ? ਕਿਉਂਕਿ ਮੈਂ ਉਹਦਾ ਪਤੀ ਹਾਂ ਤੇ ਮੈਂ ਆਪਣੀ ਪਤਨੀ ਨੂੰ ਨਾ ਅੱਖਾਂ ਬੰਦ ਕਰਕੇ ਵੀ ਪਛਾਣ ਸਕਦਾ। ਤਾਂ ਹੀ ਮੈਨੂੰ ਪੂਰਾ ਯਕੀਨ ਹੈ ਇਸ ਗੱਲ ਤੇ। ਹਾਂ ਰਣਵੀਰ ਜੀ ਤੁਸੀਂ ਸਹੀ ਕਹਿ ਰਹੇ ਹੋ, ਉਹ ਕਿਸੇ ਹੋਰ ਔਰਤ ਦੀ ਵੀ ਲਾਸ਼ ਹੋ ਸਕਦੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੁਹਾਡਾ ਪੁਆਇੰਟ ਵੀ ਸਹੀ ਹੋ ਸਕਦਾ ਹੈ, ਪਰ ਜਦੋਂ ਐਕਸੀਡੈਂਟ ਹੋਇਆ ਤੇ ਗੱਡੀ ਉਹ ਪੂਰੀ ਤਰ੍ਹਾਂ ਜਲ ਚੁੱਕੀ ਸੀ, ਜਿਸ ਵਿੱਚ ਸਾਨੂੰ ਇੱਕ ਬੈਗ ਮਿਲਿਆ ਤੇ ਉਹਦੇ ਵਿੱਚ ਫੋਨ ਤੇ ਕੁਝ ਆਈਡੈਂਟੀ ਪ੍ਰੂਫ ਤੇ ਕਾਰਡ ਮਿਲੇ ਆ, ਜਿਸ ਤੋਂ ਸਾਨੂੰ ਪਤਾ ਸਾਫ਼ ਲੱਗ ਜਾਏਗਾ ਕਿ ਉਹ ਬੋਡੀ ਕਿਹਦੀ ਸੀ। ਤੇ ਤੁਸੀਂ ਚੈੱਕ ਕਰ ਸਕਦੇ ਹੋ। ਆਲੂ
रणवीर जी ਵੀਰੇ ਸੰਭਾਲੋ ਆਪਣੇ ਆਪ ਨੂੰ। ਡਾਕਟਰ ਸਾਹਿਬ ਕੀ ਹੋਇਆ ਇਹਨਾਂ ਨੂੰ? ਠੀਕ ਹੈ ਨਾ ਹੁਣੇ? ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹੈ? ਇਹਨਾਂ ਦੀ ਨਬਜ਼ ਤਾਂ ਬਿਲਕੁਲ ਠੀਕ ਹੈ। ਡਾਕਟਰ ਸਾਹਿਬ ਇਹ ਠੀਕ ਤਾਂ ਹੋ ਜਾਣਗੇ ਨਾ? ਮੇਰੇ ਕਹਿਣ ਦਾ ਮਤਲਬ ਹੈ ਇਹ ਕੋਮਾ ਤੋਂ ਬਾਹਰ ਕਦੋਂ ਆਣਗੇ? ਦੇਖੋ ਫਿਕਰ ਕਰਨ ਦੀ ਕੋਈ ਗੱਲ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਦੀ ਨਬਜ਼ ਬਿਲਕੁਲ ਠੀਕ ਕੰਮ ਕਰ ਰਹੀ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਤਾਂ ਇਹ ਕੋਮਾ 'ਚ ਹੀ, ਪਰ ਤੁਹਾਨੂੰ ਸਾਰਿਆਂ ਨੂੰ ਇਹਨਾਂ ਤੇ ਨਿਗਾਹ ਰੱਖਣੀ ਪਵੇਗੀ ਤੇ ਇਹਨਾਂ ਦੀ ਨਿੱਕੀ ਤੋਂ ਨਿੱਕੀ ਗੱਲ ਦਾ ਖਿਆਲ ਰੱਖਣਾ ਪਵੇਗਾ। ਡਾਕਟਰ ਸਾਹਿਬ ਇਹ ਹੋਸ਼ 'ਚ ਕਦੋਂ ਆਣਗੇ? ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਕੋਮਾ 'ਚੋਂ ਬਾਹਰ ਕਦੋਂ ਆਣਗੇ? ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿ ਕੋਮਾ 'ਚੋਂ ਕਦੋਂ ਬਾਹਰ ਆਉਣ ਨੂੰ ਤੇ ਭਾਵੇਂ 1 ਮਹੀਨੇ 'ਚ ਆ ਜਾਣ, ਨਾ ਆਉਣ ਤੇ ਭਾਵੇਂ 1 ਸਾਲ ਵੀ ਲੱਗ ਸਕਦਾ, 2 ਸਾਲ ਵੀ ਲੱਗ ਸਕਦੇ ਆ। ਇਹਨੂੰ ਟਾਈਮ ਲੱਗੂਗਾ। ਚਲੋ ਮੈਂ ਚੱਲਦੀ ਆ। ਜੇ ਕੋਈ ਮਰੀਜ਼ ਨੂੰ ਪ੍ਰੋਬਲਮ ਹੋਈ ਤੇ ਬੇਝਿਜਕ ਮੈਨੂੰ ਕਾਲ ਕਰ ਦਿਓ। ਜੀ ਡਾਕਟਰ ਸਾਹਿਬ। ਚਲੋ ਡਾਕਟਰ ਸਾਹਿਬ ਮੈਂ ਤੁਹਾਨੂੰ ਬਾਹਰ ਤੱਕ ਛੱਡ ਦਿੰਦਾ। ਮੈਂ ਨਾ ਤੁਹਾਡੀ ਹਾਲਤ ਸਮਝ ਸਕਦੀ ਹਾਂ, ਪਰ ਤੁਹਾਨੂੰ ਸੱਚ ਮੰਨਣਾ ਹੀ ਪੈਣਾ ਹੈ। ਤੇ ਸੱਚ ਇਹ ਹੈ ਕਿ ਦੇਸ਼ੋ ਭਾਬੀ ਹੁਣ ਸਾਡੇ 'ਚ ਨਹੀਂ ਨੇ ਤੇ ਉਹ ਕਦੇ ਵੀ ਵਾਪਸ ਨਹੀਂ ਆਣਗੇ। ਇਸੇ ਗੱਲ ਨੂੰ ਤਾਂ ਮੰਨਣ ਦੇ ਲਈ ਮੇਰਾ ਦਿਲ ਤਿਆਰ ਨਹੀਂ। ਵੀਰੇ ਤੁਸੀਂ ਮੰਨੋ ਜਾਂ ਨਾ ਮੰਨੋ, ਸੱਚ ਨਹੀਂ ਬਦਲੇਗਾ। ਸੱਚ ਤੇ ਸੱਚ ਹੀ ਰਹਿਣਾ ਹੈ ਨਾ। ਤੁਹਾਨੂੰ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਹੀ ਪੈਣਾ। ਤੁਹਾਡੇ ਕੋਲ ਹੋਰ ਕੋਈ ਵੀ ਆਪਸ਼ਨ ਨਹੀਂ ਹੈ। ਕਰਮ ਹੋਰ ਨਹੀਂ ਕੁਝ ਤਾਂ ਘੱਟੋ ਘੱਟ ਇਹ ਤਾਂ ਦੱਸ ਦੇ ਕਿ ਤੂੰ ਇਹਨੂੰ ਘਰੇ ਕਿਉਂ ਲੈ ਕੇ ਆਇਆ ਹੈ? ਉਹ ਦੱਸ ਦੇ ਹੁਣ ਕੁਛ ਇਹਦੇ ਬਾਰੇ। ਭਾਬੀ ਇਹਨਾਂ ਦਾ ਨਾ ਐਕਸੀਡੈਂਟ ਹੋ ਗਿਆ ਸੀਗਾ, ਇਸ ਕਰਕੇ ਇਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ। ਅੱਛਾ ਤੇ ਤੂੰ ਇਹਨੂੰ ਚੱਕ ਕੇ ਘਰ ਲੈ ਆਇਆ ਹੈ ਨਾ? ਤੈਨੂੰ ਨਹੀਂ ਲੱਗਦਾ ਕਿ ਤੈਨੂੰ ਇਹਨੂੰ ਹਸਪੀਟਲ ਲੈ ਕੇ ਜਾਣਾ ਚਾਹੀਦਾ ਸੀ? ਪਿਛਲੇ 1 ਹਫ਼ਤੇ ਤੋਂ ਹਸਪੀਟਲ ਹੀ ਐਡਮਿਟ ਸੀ। ਮੈਂ ਵਿੱਚ ਜਾਂਦਾ ਰਿਹਾ ਇਹ ਚੈੱਕ ਕਰਨ ਦੇ ਲਈ ਕਿ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ, ਤਾਂ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਲੈ ਕੇ ਆਇਆ। ਉਹੀ ਤਾਂ ਮੈਂ ਤੈਨੂੰ ਕਹਿ ਰਹੀ ਹਾਂ ਕਿ ਤੂੰ ਇਹਨੂੰ ਚੱਕ ਕੇ ਘਰ ਕਿਉਂ ਲੈ ਆਇਆ, ਉਹ ਵੀ ਬਿਨਾਂ ਡਾਕਟਰ ਦੀ ਸਲਾਹ ਤੋਂ। ਭਾਬੀ ਜੀ ਤੁਹਾਨੂੰ ਕਿਹਨੇ ਕਿਹਾ ਕਿ ਮੈਂ ਬਿਨਾਂ ਸਲਾਹ ਤੋਂ ਲੈ ਕੇ ਆਇਆ ਇੱਥੇ? ਉਲਟਾ ਡਾਕਟਰ ਨੇ ਖੁਦ ਕਿਹਾ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਘਰ ਲੈ ਜਾਓ, ਕਿਉਂਕਿ ਕੋਮਾ 'ਚ ਨੇ ਇੱਥੇ ਸਿਰਫ ਦੇਖ ਰੇਖ ਹੀ ਹੋਣੀ ਹੈ ਤੇ ਸਿਰਫ ਹਸਪੀਟਲ ਦਾ ਬਿੱਲ ਹੀ ਜ਼ਿਆਦਾ ਆਏਗਾ, ਇਸ ਤੋਂ ਇਲਾਵਾ ਕੁਝ ਨਹੀਂ ਹੋਊਗਾ। ਤੇ ਮੈਂ ਵੀ ਸੋਚਿਆ ਕਿ ਸ਼ਾਇਦ ਘਰ ਦੇ ਮਾਹੌਲ ਨਾਲ ਇਹ ਛੇਤੀ ਰਿਕਵਰ ਕਰ ਜੂਗੇ ਤੇ ਜਦੋਂ ਤੱਕ ਇਹ ਕੋਮਾ ਤੋਂ ਬਾਹਰ ਨਹੀਂ ਆਉਂਦੇ ਇਹ ਇੱਥੇ ਹੀ ਰਹੂਗੇ। ਤੇ ਡਾਕਟਰ ਨੇ ਤੁਹਾਨੂੰ ਇਹਦੀ ਦੇਖਭਾਲ ਬਾਰੇ ਕੁਝ ਦੱਸਿਆ ਨਹੀਂ?
ਔਰ ਡਾਕਟਰ ਸਾਹਿਬ ਨੇ ਕਿਹਾ ਹੈ ਕਿ 24 ਘੰਟੇ ਨਿਗਰਾਨੀ 'ਚ ਰੱਖਿਓ ਤੇ ਧਿਆਨ ਰੱਖਿਓ ਕਿ ਇਹਦੀ ਪਲਸ ਰੇਟ ਨਾ ਜ਼ਿਆਦਾ ਹੋਵੇ ਨਾ ਘੱਟ ਹੋਵੇ ਤੇ ਇੱਕ ਡਾਕਟਰ ਰੱਖਿਓ ਕਿ ਜਿਹੜਾ ਰੂਟੀਨ 'ਚ ਇਹਨਾਂ ਦਾ ਚੈੱਕਅਪ ਕਰਦਾ ਰਹੇ ਤਾਂ ਕਿ ਕੋਈ ਪ੍ਰੋਬਲਮ ਨਾ ਆਏ ਇਹਨਾਂ ਨੂੰ। ਕਰਮ, ਮੈਨੂੰ ਇੰਜ ਕਿਉਂ ਲੱਗਦਾ ਕਿ ਤੂੰ ਸਾਡੇ ਤੋਂ ਕੁਝ ਛੁਪਾ ਰਿਹਾ? ਭਾਬੀ ਮੈਂ ਤੁਹਾਡੇ ਤੋਂ ਕੀ ਲੁਕਾਉਣਾ ਹੈ? ਉੱਥੇ ਐਕਸੀਡੈਂਟ ਹੋਇਆ, ਮੈਂ ਇਹਨਾਂ ਦੇ ਨਾਲ ਸੀ ਤੇ ਮੈਂ ਐਦਾਂ ਤਾਂ ਨਹੀਂ ਇਸ ਹਾਲਤ 'ਚ ਇਹਨਾਂ ਨੂੰ ਇਕੱਲੇ ਛੱਡ ਸਕਦਾ ਸੀ। ਤੂੰ ਉੱਥੇ ਕੀ ਕਰ ਰਿਹਾ ਸੀ? ਭਾਬੀ ਮੈਂ ਭਾਬੀ ਮੈਂ ਉਹ ਬੋਲ ਵੀ ਪੈ ਕੁਝ, ਹੁਣ ਕੀ ਮੈਂ ਕਰੀ ਜਾਂਦਾ ਬੱਕਰੀ ਵਾਂਗੂ? ਕੁਝ ਬੋਲ ਵੀ ਪੈ। ਦਰਅਸਲ ਭਾਬੀ ਇਹ ਮੇਰੀ ਮੰਗੇਤਰ ਹੈ, ਇਸੇ ਕਰਕੇ ਮੈਂ ਨਾਲ ਸੇ ਗਿਆ। ਕੀ ਕਿਹਾ ਤੂੰ? ਇਹ ਕੁੜੀ ਤੇਰੀ ਮੰਗੇਤਰ ਹੈ ਤੇ ਤੂੰ ਮੈਨੂੰ ਕੁਝ ਦੱਸਿਆ ਹੀ ਨਹੀਂ। ਦਰਅਸਲ ਭਾਬੀ ਜਦੋਂ ਮੈਂ ਵਿਦੇਸ਼ ਵਿੱਚ ਸੀਗਾ ਨਾ, ਆਪਾਂ ਇਕੱਠੇ ਹੀ ਕੰਮ ਕਰਦੇ ਸੀ ਤੇ ਹੌਲੀ ਹੌਲੀ ਆਪਾਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਮੈਂ ਇਹਨੂੰ ਵਿਆਹ ਦੇ ਲਈ ਪੁੱਛ ਲਿਆ। ਮੈਂ ਇਨਫੈਕਟ ਆ ਨਹੀਂ ਲੱਗਿਆ ਸੀਗਾ ਤੁਹਾਡੇ ਨਾਲ ਮਿਲਵਾਉਣ ਵਾਸਤੇ ਕਿ ਰਾਸਤੇ 'ਚ ਐਕਸੀਡੈਂਟ ਹੀ ਹੋ ਗਿਆ। ਹਾਏ ਓ ਮੇਰੇ ਰੱਬਾ, ਇੰਨਾ ਵੱਡਾ ਸਿਆਪਾ ਹੋ ਗਿਆ ਪਰ ਇਸ ਮੁੰਡੇ ਨੇ ਸਾਨੂੰ ਕੁਝ ਨਹੀਂ ਦੱਸਿਆ। ਦੇਸ਼ੋ, ਤੁਸੀਂ ਦਿਨ ਪਰ ਦਿਨ ਸੋਹਣੇ ਹੁੰਦੇ ਜਾ ਰਹੇ ਹੋ। ਮਤਲਬ ਹੁਣ ਤੁਸੀਂ ਬਿਲਕੁਲ ਤਿਆਰ ਹੋ, ਹੁਣ ਤੁਸੀਂ ਸੋਹਣੇ ਸੋਹਣੇ ਬਣ ਕੇ ਆਪਣੀ ਨੀਂਦ ਪੂਰੀ ਕਰ ਸਕਦੇ ਹੋ। ਕਿਸੇ ਵੀ ਚੀਜ਼ ਦੀ ਕੋਈ ਚਿੰਤਾ ਨਹੀਂ ਕਰਨੀ, ਮੈਂ ਹੈਗਾ ਹੋ ਰਿਹਾ।